ਜਰਮਨ ਚਾਂਸਲਰ ਜਿਹੜੇ ਆਲਫ ਸ਼ੌਲਜ਼ ਆ ਉਹਨਾਂ ਨੇ ਥੋੜਾ ਸਮਾਂ ਪਹਿਲਾਂ ਹੀ ਇਹ ਗੱਲ ਕਿਹਾ ਕਿ ਜਿਹੜੇ ਆ ਲੈਪਰਡ 2 ਟੈਂਕਸ ਆ ਉਹ ਯੂਕਰੇਨ ਨੂੰ ਉਹ ਦੇਣਗੇ। ਜਿਹੜੇ ਆ ਜਰਮਨ ਚਾਂਸਲਰ ਆਲਫ ਸ਼ੌਲਜ਼, ਤੁਹਾਨੂੰ ਪਤਾ ਕਿ ਥੋੜਾ ਸਮਾਂ ਪਹਿਲਾਂ ਹੀ ਇਹ ਜਿਹੜੇ ਆ ਜਰਮਨ ਦੇ ਚਾਂਸਲਰ ਬਣੇ ਨੇ। ਆਪਣੇ ਜਰਮਨ ਦੇ ਵਿੱਚ ਕਿਸੇ ਵੀ ਜਿਹੜਾ ਮੁਲਕ ਦਾ ਮੁਖੀ ਹੁੰਦਾ, ਜਿਵੇਂ ਆਪਣੇ ਆਮ ਤੌਰ ਤੇ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਦੀਆਂ ਹੀ ਪਦਵੀਆਂ ਨੇ, ਸੋ ਜਰਮਨ ਦੇ ਵਿੱਚ ਉਹਨੂੰ ਚਾਂਸਲਰ ਆਖਿਆ ਜਾਂਦਾ। ਸੋ ਐਂਗਲਾ ਮਰਕਲ ਬੜਾ ਲੰਬਾ ਸਮਾਂ ਉਹਨਾਂ ਨੇ ਰਾਜ ਕੀਤਾ ਜਰਮਨ ਦੇ ਵਿੱਚ, ਕਾਫੀ ਪਿਆਰ ਵੀ ਕੀਤਾ ਜਾਂਦਾ ਸੀ ਉਹਨਾਂ ਨੂੰ। ਸੋ ਉਹਨਾਂ ਤੋਂ ਬਾਅਦ ਆਲਫ ਸ਼ੌਲਜ਼ ਨੇ ਇਹ ਜਿਹੜੀ ਆ ਪਦਵੀ ਸੰਭਾਲੀ ਆ। ਸੋ ਸ਼ੌਲਜ਼ ਨੇ ਜਿਹੜੀ ਆਪਣੀ ਕੈਬਨਿਟ ਮੀਟਿੰਗ ਦੇ ਵਿੱਚ ਗੱਲ ਆਖਿਆ ਕਿ ਜਰਮਨੀ ਵਿਲ ਸੈਂਡ 14 ਲੈਪਰਡ ਟੈਂਕਸ ਟੂ ਜਿਹੜਾ ਯੂਕਰੇਨ, ਤੇ ਇਹਦੇ ਨਾਲ ਨਾਲ ਉਹ ਹੋਰ ਮੁਲਕਾਂ ਨੂੰ ਵੀ ਪਰਮਿਸ਼ਨ ਦੇਵੇਗੀ ਕਿ ਉਹ ਵੀ ਟੈਂਕ ਜਿਹੜੇ ਆ ਯੂਕਰੇਨ ਨੂੰ ਦੇ ਸਕਦੇ ਨੇ। ਇੱਥੇ ਇਹ ਆ ਕਿ ਹੋਰ ਵੀ ਯੂਰਪੀਅਨ ਕੰਟਰੀਜ਼ ਦੇ ਕੋਲ ਜਰਮਨ ਦੇ ਬਣੇ ਇਹ ਲੈਪਰਡ 2 ਟੈਂਕਸ ਹੈਗੇ ਨੇ, ਪਰ ਜੇਕਰ ਉਹਨਾਂ ਨੇ ਇਹ ਟੈਂਕ ਕਿਸੇ ਹੋਰ ਕੰਟਰੀ ਨੂੰ ਦੇਣੇ ਆ, ਉਹ ਜਿਹੜਾ ਦੇਣ ਤੋਂ ਪਹਿਲਾਂ ਉਹਨਾਂ ਨੂੰ ਜਿਹੜੀ ਆ ਜਰਮਨ ਦੀ ਮਨਜ਼ੂਰੀ ਚਾਹੀਦੀ ਹੈ। ਸੋ ਜਰਮਨ ਨੇ ਹੁਣ ਇਹ ਵੀ ਗੱਲ ਆਖੀ ਆ ਕਿ ਅਸੀਂ ਜਿੱਥੇ ਉਹ ਆਪ 14 ਟੈਂਕਸ ਜਿਹੜੇ ਆ ਦੇਣ ਜਾ ਰਹੇ ਨੇ ਯੂਕਰੇਨ ਨੂੰ, ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਬਾਕੀ ਮੁਲਕਾਂ ਨੂੰ ਵੀ ਪਰਮਿਸ਼ਨ ਦੇਵਾਂਗੇ ਕਿ ਉਹ ਜਿਹੜਾ ਆਪਣੇ ਟੈਂਕਸ ਜਿਹੜੇ ਆ ਯੂਕਰੇਨ ਨੂੰ ਦੇ ਸਕਦੇ ਨੇ। ਇਹਦੇ ਵਿੱਚ ਕਾਫੀ ਕੁਝ ਹਫ਼ਤਿਆਂ ਤੋਂ ਲਗਾਤਾਰ ਜਿਹੜਾ ਕੀਵ ਦਾ ਤੇ ਅੰਤਰਰਾਸ਼ਟਰੀ ਜਿਹੜਾ ਪ੍ਰੈਸ਼ਰ ਸੀਗਾ ਜਰਮਨ ਦੇ ਉੱਤੇ ਕਿ ਇਸ ਤਰੀਕੇ ਦੀ ਜਿਹੜੀ ਆ ਇੱਕ ਤਾਂ ਐਕਸਪੋਰਟ ਕਰਨ ਲਈ ਜਿਹੜੀ ਆ ਅਪਰੂਵਲ ਦੇਣ ਲਈ, ਤੇ ਨਾਲ ਦੀ ਨਾਲ ਜਰਮਨ ਵੀ ਉਹਨਾਂ ਨੂੰ ਹਥਿਆਰ ਜਾਂ ਟੈਂਕ ਇਹ ਜਿਹੜੇ ਆ ਉਹ ਯੂਕਰੇਨ ਨੂੰ ਦੇਵੇ। ਜੇਕਰ ਆਪਾਂ BBC ਦੀ ਇਹਦੇ ਤੇ ਇੱਕ ਬੜੀ ਇੰਟਰਸਟਿੰਗ ਰਿਪੋਰਟ ਹੈ ਕਿ ਪਬਲਿਕ ਓਪੀਨੀਅਨ ਜਿਹੜਾ ਜਰਮਨੀ ਦੇ ਵਿੱਚ ਇਸ ਵਿਸ਼ੇ ਨੂੰ ਲੈ ਕੇ ਲੋਕ ਰਾਏ ਕੀ ਆ, ਜਰਮਨੀ ਦੇ ਅੰਦਰ ਲੋਕ ਰਾਏ ਕੀ ਆ ਕਿ ਕੀ ਉਹਨਾਂ ਦੇ ਮੁਲਕ ਨੂੰ ਉਹਨਾਂ ਦੇ ਮੁਲਕ ਦੇ ਬਣੇ ਹੋਏ ਟੈਂਕ ਜਿਹੜੇ ਆ ਉਹ ਯੂਕਰੇਨ ਨੂੰ ਦੇਣੇ ਚਾਹੀਦੇ ਨੇ ਤਾਂ ਕਿ ਉਹ ਰਸ਼ੀਆ ਦੇ ਨਾਲ ਲੜਾਈ ਦੇ ਵਿੱਚ ਸ਼ਾਮਲ ਹੋਣ। ਤੇ ਇਹਨੂੰ ਜਿਵੇਂ ਤੁਹਾਨੂੰ ਦੱਸਿਆ ਕਿ ਰਸ਼ੀਆ ਵੱਲੋਂ ਬੜਾ ਇਸ ਕਦਮ ਦਾ ਵਿਰੋਧ ਵੀ ਕੀਤਾ ਜਾ ਰਿਹਾ, ਜੋ ਕਿ ਕਾਫੀ ਜ਼ਿਆਦਾ ਸੁਭਾਵਿਕ ਵੀ ਆ। ਪਰ ਇਹਦੇ ਨਾਲ ਆਬਵੀਅਸਲੀ ਬਹੁਤ ਸਾਰੀਆਂ ਸੋਚਾਂ ਹੁੰਦੀਆਂ, ਲੋਕੀ ਬਹੁਤ ਕੁਝ ਸੋਚਦੇ ਆ ਕਿ ਭਾਈ ਤੁਸੀਂ ਜੰਗ ਦੇ ਵਿੱਚ ਬੜਾ ਸਿੱਧੇ ਤੌਰ ਤੇ ਸ਼ਾਮਲ ਹੋ ਰਹੇ ਹੋ ਇਸ ਤਰੀਕੇ ਨਾਲ ਕਰਕੇ। ਹਾਲਾਂਕਿ ਹਥਿਆਰ ਵਗੈਰਾ ਤਾਂ ਪਹਿਲਾਂ ਵੀ ਦਿੱਤੇ ਗਏ। ਪ੍ਰੈਜ਼ੀਡੈਂਟ ਜੋ ਬਾਈਡਨ ਨੇ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹਨਾਂ ਦੇ ਵੱਲੋਂ ਵੀ ਜਲਦੀ ਹੀ ਇਸ ਗੱਲ ਦੀ ਜਿਹੜੀ ਆ ਅਨਾਉਂਸ ਆ, ਇਹ ਪਲਾਨ ਆ, ਜਿਹੜੀਆਂ ਯੋਜਨਾ ਆ ਉਹਦੇ ਬਾਰੇ ਅਨਾਉਂਸਮੈਂਟ ਆ ਸਕਦੀ ਆ। ਹੋ ਸਕਦਾ ਕਿ ਆਪਣੇ ਪ੍ਰੋਗਰਾਮ ਦੇ ਦਰਮਿਆਨ ਹੀ ਆ ਜਾਵੇ ਜਾਂ ਅੱਜ ਦੇ ਵਿੱਚ ਇਹ ਅਨਾਉਂਸਮੈਂਟ ਆ ਸਕਦੀ ਆ ਕਿ ਐਟਲੀਸਟ ਘੱਟੋ ਘੱਟ 30 ਐਡਵਾਂਸ ਕੰਬੈਟ ਵਹੀਕਲਸ ਜਿਹੜੇ ਆ ਉਹ US ਵੱਲੋਂ ਵੀ ਯੂਕਰੇਨ ਨੂੰ ਦਿੱਤੇ ਜਾਣਗੇ। UK ਦੇ ਵੱਲੋਂ ਇਸ ਤਰੀਕੇ ਦੀ ਟੈਂਕਸ ਨੂੰ ਲੈ ਕੇ ਯੂਕਰੇਨ ਨੂੰ ਦੇਣ ਦੀ ਅਨਾਉਂਸਮੈਂਟ ਆਲਰੇਡੀ ਹੋ ਚੁੱਕੀ ਆ। ਯੂਕਰੇਨੀਅਨ ਅਫੀਸ਼ੀਅਲਸ ਨੇ ਜਿਹੜਾ ਇਸ ਚੀਜ਼ ਨੂੰ ਸਵਾਗਤ ਕੀਤਾ। ਉਹਨਾਂ ਨੇ ਕਿਹਾ ਕਿ ਇਹ ਇੱਕ ਸੰਭਾਵੀ ਗੇਮ ਚੇਂਜਰ ਹੋਵੇਗਾ ਜੰਗ ਦੇ ਵਿੱਚ। ਪ੍ਰੈਜ਼ੀਡੈਂਟ ਵੋਲੋਦੀਮੀਰ ਜ਼ੈਲੈਂਸਕੀ ਦਾ ਇਹ ਮੰਨਣਾ ਆ ਕਿ ਉਹਨਾਂ ਦੇ ਮੁਲਕ ਨੂੰ ਘੱਟੋ ਘੱਟ 300 ਬੈਟਲ ਟੈਂਕਸ ਚਾਹੀਦੇ ਨੇ ਰਸ਼ੀਆ ਨੂੰ ਹਰਾਉਣ ਦੇ ਲਈ। ਵੈਸੇ ਵੀ ਕਮਾਲ ਹੈ ਬੰਦਾ ਵੋਲੋਦੀਮੀਰ ਜ਼ੈਲੈਂਸਕੀ ਜਿਹੜੇ ਆ ਇੱਕ ਜਿਹੜਾ ਮੀਡੀਆ ਦੀ ਦੁਨੀਆ ਦੇ ਵਿੱਚੋਂ ਕਹਿ ਲਓ, ਹਾਸ-ਹਾਸ ਦੀ ਦੁਨੀਆ ਦੇ ਵਿੱਚੋਂ ਉਹ ਪੋਲੀਟੀਸ਼ੀਅਨ ਬਣਦੇ ਨੇ, ਤੇ ਕਿਆ ਕਮਾਲ ਦੀ ਉਸ ਬੰਦੇ ਨੇ ਬਿੱਲ ਦਿਖਾ ਲਈ ਆ। ਹਾਲਾਂਕਿ ਜੇ ਆਪਾਂ ਦੂਜੇ ਪਾਸੇ ਦੀ ਗੱਲ ਕਰੀਏ, ਬਹੁਤੇ ਲੋਕ ਇਹ ਵੀ ਕਹਿੰਦੇ ਨੇ, ਜੋ ਕਿ ਕਿਤੇ ਨਾ ਕਿਤੇ ਸੱਚ ਵੀ ਆ, ਕਿ ਤੁਸੀਂ ਜਿਹੜਾ ਆਪਣਾ ਮੁਲਕ ਤਬਾਹ ਕਰਵਾ ਲਿਆ, ਤੁਹਾਨੂੰ ਜ਼ਿਆਦਾ ਤਗੜੇ ਤਰੀਕੇ ਨਾਲ ਕੂਟਨੀਤੀ ਕਰਨੀ ਚਾਹੀਦੀ ਸੀ ਤਾਂ ਕਿ ਤੁਸੀਂ ਅਸਲੀ, ਵੈਸੇ ਗੱਲ ਤਾਂ ਇਹੀ ਆ ਨਾ ਕਿ ਅਸਲੀ ਜੰਗ ਦੇ ਵਿੱਚ ਜਿੱਤ ਤਾਂ ਉਹਦੀ ਹੁੰਦੀ ਹੈ ਨਾ, ਜਿਹੜਾ ਕਹਿੰਦੇ ਹੁੰਦੇ ਕਿ ਬਿਨਾਂ ਬੰਦਾ ਮਰਵਾਏ ਤੋਂ ਆਪਣਾ ਜਿਹੜਾ ਜਿੱਤ ਹਾਸਲ ਕਰ ਲੈਣੀ, ਜਾਂ ਬਿਨਾਂ ਕੋਈ ਵੀ ਨੁਕਸਾਨ ਕਰਵਾਏ ਤੋਂ ਜਿਹੜੇ ਤੁਹਾਡੇ ਮੋਟਿਵ ਹੁੰਦੇ ਆ ਉਹਨੂੰ ਹਾਸਲ ਕਰ ਲੈਣਾ। ਸੋ ਕਿਤੇ ਨਾ ਕਿਤੇ ਇਹ ਕੂਟਨੀਤੀ ਦੀ ਤਾਂ ਕਮੀ ਲੱਗਦੀ ਆ ਕਿ ਜੇਕਰ ਜ਼ੈਲੈਂਸਕੀ ਸਾਹਿਬ ਥੋੜਾ ਜ਼ਿਆਦਾ ਕੂਟਨੀਤੀ ਦੇ ਤੌਰ ਤੇ, ਖੈਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਡਿਵਾਈਡਡ ਓਪੀਨੀਅਨਸ ਨੇ ਇਹਦੇ ਉੱਤੇ, ਇਸ ਜਿਹੜਾ ਨੈਰੇਟਿਵ ਦੇ ਬਰਖਲਾਫ ਵੀ ਬਹੁਤ ਸਾਰੇ ਆਰਗੂਮੈਂਟਸ ਦਿੱਤੇ ਜਾ ਸਕਦੇ ਆ ਕਿ ਕੀ ਉਹ ਕਰਨ, ਜੇ ਉਹਨਾਂ ਦੇ ਵੱਲੋਂ ਕੀਤੀ ਵੀ ਜਾਂਦੀ ਕੀ ਰਸ਼ੀਆ ਨੇ ਮੰਨਣਾ ਸੀ, ਜਾਂ ਕਿਵੇਂ ਉਹ ਵੈਸਟਰਨ ਕੰਟਰੀਜ਼ ਨੂੰ ਜਾਂ ਰਸ਼ੀਆ ਦੇ ਨਾਲ ਕਿਵੇਂ ਦੋਨਾਂ ਦੇ ਨਾਲ ਸਹੀ ਤਾਲਮੇਲ ਬਣਾ ਕੇ ਚੱਲ ਸਕਦੇ ਸੀ। ਪਰ ਇੱਕ ਲੀਡਰ ਦਾ ਖੈਰ ਕੰਮ ਇਹੀ ਹੁੰਦਾ ਕਿ ਬਿਹਤਰ ਹੁੰਦਾ ਕਿ ਉਹ ਇਸ ਸਥਿਤੀ ਨੂੰ ਇੱਥੇ ਤੱਕ ਨਾ ਜਾਣ ਦਿੰਦੇ, ਕਿਉਂਕਿ ਬਹੁਤ ਸਫ਼ਰ ਕੀਤਾ ਯੂਕਰੇਨ ਦੇ ਲੋਕਾਂ ਨੇ। ਯੂਕਰੇਨ ਦੇ ਲੋਕਾਂ ਨੇ ਨਹੀਂ, ਪੂਰੀ ਦੁਨੀਆ ਨੇ ਹੀ ਸਫ਼ਰ ਕੀਤਾ, ਕਿਉਂਕਿ ਉਸ ਤੋਂ ਬਾਅਦ ਆਪਾਂ ਨੂੰ ਪਤਾ ਕਿ ਐਨਰਜੀ ਦੀਆਂ ਕੀਮਤਾਂ ਜਿਹੜੀਆਂ ਬਹੁਤ ਜ਼ਿਆਦਾ ਵਧੀਆਂ, ਤੇ ਯੂਰਪੀਅਨ ਕੰਟਰੀਜ਼ ਦੇ ਵਿੱਚ, ਤੇ ਖਾਸ ਕਰਕੇ ਜਿੱਥੇ ਅਸੀਂ ਇਸ ਸਮੇਂ ਬੈਠੇ ਹਾਂ ਇੰਗਲੈਂਡ ਦੇ ਵਿੱਚ, UK ਦੇ ਵਿੱਚ, ਆਪਾਂ ਨਾ ਇਹ ਜਿਹੜਾ ਕਾਸਟ ਆਫ ਲਿਵਿੰਗ ਕ੍ਰਾਈਸਿਸ ਆ, ਇਹਦਾ ਇੱਕ ਮੇਨ ਵਜ੍ਹਾ ਹੀ ਸਾਡੀ ਸਰਕਾਰ ਵੱਲੋਂ ਹਮੇਸ਼ਾ ਇਸ ਜਿਹੜਾ ਕ੍ਰਾਈਸਿਸ ਆ ਯੂਕਰੇਨ ਤੇ ਰਸ਼ੀਆ ਦੀ ਵਾਰ ਆ ਇਹਨੂੰ ਦੱਸਿਆ ਜਾਂਦਾ। ਸੋ ਜੋ ਕਿ ਹੋਰ ਯੂਰਪੀਅਨ ਮੁਲਕਾਂ ਦੇ ਵਿੱਚ ਵੀ ਇਹ ਗੱਲ ਦੇਖਣ ਨੂੰ ਸਾਨੂੰ ਮਿਲ ਰਹੀ ਆ। ਸੋ ਪਰ ਇਹ ਵਲੋਦੀਮੀਰ ਜ਼ੈਲੈਂਸਕੀ ਦੀ ਮੈਂ ਇਸ ਕਰਕੇ ਗੱਲ ਕਰ ਰਿਹਾ ਸੀ ਕਿ ਇੱਕ ਤਾਂ ਇਹਨਾਂ ਨੇ ਜਿਹੜਾ ਪਹਿਲਾਂ ਜਦੋਂ ਇਹਨਾਂ ਨੂੰ ਇਹ ਕਿਹਾ ਗਿਆ ਕਿ ਤੁਹਾਡੇ ਪਰਿਵਾਰ ਨੂੰ ਖਤਰਾ ਆ,
ਤੇ ਤੁਹਾਨੂੰ ਉੱਥੋਂ ਕੱਢ ਕੇ US ਲਿਜਾਇਆ ਜਾ ਸਕਦਾ। ਤਾਂ ਇਹਨਾਂ ਨੇ ਕਿਹਾ ਸੀ ਕਿ ਮੈਨੂੰ ਜਿਹੜੀ ਆ ਰਾਈਡ ਨਹੀਂ ਚਾਹੀਦੀ, ਮੈਨੂੰ ਹਥਿਆਰ ਚਾਹੀਦੇ ਆ। ਤੇ ਹੋਰ ਇਹਨਾਂ ਦੀ ਇੱਕ ਅਹਿਮ ਗੱਲ ਮੈਂ ਇਹ ਦੇਖੀ ਆ ਕਿ ਵੈਸਟਰਨ ਕੰਟਰੀਜ਼ ਦੇ ਨਾਲ ਜਿੱਥੇ ਉਹਨਾਂ ਦਾ ਧੰਨਵਾਦ ਕਰਦੇ ਨੇ ਨਾ, ਵੀ ਜਿੱਦਾਂ ਇੱਕ ਗੱਲ ਉਹਨਾਂ ਨੂੰ ਚੰਗੀ ਕਹਿ ਕੇ ਨਾਲ 4 ਸੁਣਾ ਵੀ ਦਿੰਦੇ ਨੇ ਕਿ ਭਾਈ ਇਹ ਤੁਹਾਡੀ ਜੰਗ ਲੜ ਰਹੇ ਆ ਅਸੀਂ, ਜੇਕਰ ਯੂਕਰੇਨ ਹਾਰ ਗਿਆ ਤੇ ਪੁਤਿਨ ਸਾਹਿਬ ਅੱਗੇ ਆਏ ਲਓ, ਤੇ ਇਸ ਕਰਕੇ ਤੁਸੀਂ ਸਾਡੇ ਨਾਲ ਬਾਹਲੀਆਂ ਗੱਲਾਂ ਬਾਤਾਂ ਨਾ ਕਰੋ ਤੇ ਸਾਨੂੰ ਜਿਹੜੇ ਹਥਿਆਰ ਦਿਓ। ਹੁਣ ਵੀ ਉਹਨਾਂ ਨੇ ਕਈ ਵਾਰ ਇਹ ਗੱਲ ਆਖੀ ਸੀ ਕਿ ਬਹੁਤ ਲੰਬਾ ਸਮਾਂ ਲੈ ਰਹੇ ਨੇ ਜਰਮਨ ਦੇ ਚਾਂਸਲਰ ਜਾਂ ਪੱਛਮੀ ਮੁਲਕ ਸਾਨੂੰ ਜਿਹੜੇ ਤਗੜੇ ਹਥਿਆਰ ਦੇਣ ਦੇ ਲਈ। ਇਹ ਕਾਹਤੇ ਇੰਨੀ ਬਹਿਸ ਵਸਾਈਆ ਚੱਲ ਰਿਹਾ ਇਸ ਵਿਸ਼ੇ ਦੇ ਉੱਤੇ ਕਿ ਸਾਨੂੰ ਜਲਦੀ ਤੋਂ ਜਲਦੀ ਜਿਹੜੇ ਆ ਇਹ ਮੈਟਰ ਆਫ ਅਰਜੈਂਸੀ ਆ ਕਿ ਸਾਨੂੰ ਜਿਹੜੇ ਟੈਂਕਸ ਵਗੈਰਾ ਸਾਨੂੰ ਜਲਦੀ ਚਾਹੀਦੇ ਨੇ। ਸੋ ਹੁਣ ਵੀ ਪ੍ਰੈਜ਼ੀਡੈਂਟ ਵੋਲੋਦੀਮੀਰ ਜ਼ੈਲੈਂਸਕੀ ਨੇ ਉਹਨਾਂ ਨੇ ਇਹ ਆਖਿਆ ਕਿ ਉਹਨਾਂ ਦੇ ਮੁਲਕ ਦੇ ਨੂੰ ਘੱਟੋ ਘੱਟ 300 ਬੈਟਲ ਟੈਂਕਸ ਚਾਹੀਦੇ ਨੇ ਰਸ਼ੀਆ ਨੂੰ ਹਰਾਉਣ ਦੇ ਲਈ। ਤੇ ਤਕਰੀਬਨ ਹਰੇਕ ਵਾਰ ਜਦੋਂ ਵੀ ਕੋਈ ਵੀ ਇਸ ਤਰੀਕੇ ਦੀ ਗੱਲ ਹੁੰਦੀ ਆ, ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਮੁਲਕ ਨੂੰ ਕੁਝ ਦਿੱਤਾ ਜਾ ਰਿਹਾ ਵੈਸਟਰਨ ਕੰਟਰੀਜ਼ ਦੇ ਵੱਲੋਂ, ਤੇ ਉਹ ਕਿਤੇ ਨਾ ਕਿਤੇ ਇੱਕ ਗੱਲ ਚੰਗੀ ਉਹਨਾਂ ਦਾ ਧੰਨਵਾਦ ਕਰਕੇ ਨਾਲ 2-3 ਹੋਰ ਮੰਗਾਂ ਵੀ ਆਪਣੀਆਂ ਰੱਖ ਜਾਂਦੇ ਆ ਤੇ ਨਾਲ ਇਹ ਥੋੜਾ ਜਿਹਾ ਸੁਣਾ ਵੀ ਜਾਂਦੇ ਆ ਕਿ ਭਾਈ ਇਹ ਜੰਗ ਸਾਡੀ ਕੱਲਿਆਂ ਦੀ ਨਹੀਂ। ਸੋ ਜੇਕਰ ਦੂਜੀ ਆਪਾਂ ਗੱਲ ਕਰੀਏ ਤਾਂ ਰਸ਼ੀਆ ਦੇ ਜਿਹੜੇ ਐਂਬੈਸਡਰ ਨੇ ਵਾਸ਼ਿੰਗਟਨ ਦੇ ਵਿੱਚ, ਉਹਨਾਂ ਨੇ ਵਾਰਨਿੰਗ ਦਿੱਤੀ ਆ ਕਿ ਜੇਕਰ US ਟੈਂਕਸ ਦੀ ਡਿਲੀਵਰੀ ਹੁੰਦੀ ਆ ਤਾਂ ਇਹ ਬਲੇਟੈਂਟ ਪ੍ਰੋਵੋਕੇਸ਼ਨ ਹੋਵੇਗੀ ਕਿ ਜੰਗ ਦੇ ਵਿੱਚ ਜਿਹੜੀ ਆ ਇਹ ਤੁਸੀਂ ਇਹ ਕਹਿ ਲਓ ਕਿ ਅੱਗ ਦੇ ਵਿੱਚ ਜਿਹੜਾ ਤੇਲ ਪਾਓਗੇ ਜੇਕਰ ਤੁਸੀਂ ਇਵੇਂ ਕਰਦੇ ਹੋ ਤਾਂ। ਇਹਦੇ ਨਾਲ ਹੀ ਇਸ ਖਬਰ ਦੇ ਨਾਲ ਜੁੜੀਆਂ ਕੁਝ ਹੋਰ ਜਿਹੜੀਆਂ ਅਪਡੇਟਸ ਨੇ BBC ਦੀ ਜਿਹੜੀ ਆ ਰਿਪੋਰਟਿੰਗ, ਉਹ ਇਹ ਆ ਕਿ ਪੋਲੈਂਡ ਦਾ ਕਹਿਣਾ ਕਿ ਉਹਨਾਂ ਦੀ ਤਿਆਰੀ ਆ 14 ਲੈਪਰਡ ਟੈਂਕਸ ਜਿਹੜੇ ਆ ਯੂਕਰੇਨ ਨੂੰ ਦੇਣ ਦੇ ਲਈ। ਪੋਲਿਸ਼ ਜਿਹੜੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਜਰਮਨੀ ਦੇ ਇਸ ਡਿਸੀਜਨ ਨੂੰ, ਜਿਹੜਾ ਟੈਂਕਸ ਦੇਣ ਦੇ ਡਿਸੀਜਨ ਨੂੰ, ਤੇ ਬਾਕੀ ਕੰਟਰੀਆਂ ਜਿਨ੍ਹਾਂ ਦੇ ਕੋਲ ਇਹ ਟੈਂਕਸ ਨੇ ਉਹ ਯੂਕਰੇਨ ਨੂੰ ਦੇ ਸਕਦੇ ਨੇ, ਇਹਦੀ ਮਨਜ਼ੂਰੀ ਦੇਣ ਦੇ ਡਿਸੀਜਨ ਨੂੰ ਪੋਲਿਸ਼ ਪ੍ਰਾਈਮ ਮਿਨਿਸਟਰ ਨੇ ਜਿਹੜਾ ਸਵਾਗਤ ਕੀਤਾ। ਪੋਲਿਸ਼ ਕੰਟਰੀ ਜਿਹੜੀ ਆ ਜਾਂ ਪੋਲਿਸ਼ ਪ੍ਰਾਈਮ ਮਿਨਿਸਟਰ ਜਾਂ ਉੱਥੇ ਦੇ ਜਿਹੜੇ ਸਿਆਸਤਦਾਨ ਆ ਉਹ ਬੜੇ ਫੋਰਫਰੰਟ ਤੇ ਨੇ ਉਹ ਵੀ, ਕਿਉਂਕਿ ਪੋਲੈਂਡ ਦਾ ਬੜਾ ਵੱਡਾ ਬਾਰਡਰ ਵੀ ਲੱਗਦਾ ਯੂਕਰੇਨ ਦੇ ਨਾਲ, ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਸ਼ਰਨਾਰਥੀ ਆ ਉਹਨਾਂ ਨੂੰ ਪੋਲੈਂਡ ਨੇ ਆਪਣੇ ਮੁਲਕ ਦੇ ਵਿੱਚ ਸ਼ਰਨ ਵੀ ਦਿੱਤੀ ਆ। ਸੋ ਉਹਨਾਂ ਨੇ ਇਸ ਜਿਹੜਾ ਮੂਵ ਦਾ ਸਵਾਗਤ ਕਰਦਿਆਂ ਕਿਹਾ ਕਿ ਅਸੀਂ ਜਲਦੀ ਹੀ ਜਿਹੜਾ ਆਪਾਂ ਟੈਂਕ ਦੇਵਾਂਗੇ। ਪੋਲਿਸ਼ ਗਵਰਨਮੈਂਟ ਹੈਜ਼ ਸੈਡ ਕਿ ਇਟਸ ਰੈਡੀ ਟੂ ਸੈਂਡ 14 ਆਫ ਇਟਸ ਜਿਹੜੇ ਆ ਲੈਪਰਡ 2 ਟੈਂਕਸ from its stock of 250 about 250 ਕਿ ਉਹਨਾਂ ਦੇ ਕੋਲ ਜਿਹੜਾ ਪੋਲਿਸ਼ ਗਵਰਨਮੈਂਟ ਦੇ ਕੋਲ ਜਿਹੜੇ ਅਬਾਊਟ 250 ਦੇ ਕਰੀਬ ਜਿਹੜੇ ਟੈਂਕ ਨੇ, ਇਹ ਉਹਨਾਂ ਦੇ ਵਿੱਚੋਂ 14 ਟੈਂਕਸ ਉਹ ਯੂਕਰੇਨ ਨੂੰ ਭੇਜਣਗੇ। ਪਿਛਲੇ ਸਾਲ ਦੇ ਵਿੱਚ ਪੋਲੈਂਡ ਨੇ ਯੂਕਰੇਨ ਨੂੰ 250 ਉਹਨਾਂ ਦੇ ਜਿਹੜੇ 올ਡਰ ਸੋਵੀਅਤ era T-72 ਟੈਂਕ ਸੀਗੇ ਇਹ ਯੂਕਰੇਨ ਨੂੰ ਦਿੱਤੇ ਸੀਗੇ। ਇਹ ਸੋਵੀਅਤ ਸਮੇਂ ਦੇ ਜਿਹੜੇ ਟੈਂਕ ਸੀਗੇ ਉਹ ਪੋਲਿਸ਼ ਵੱਲੋਂ ਲਾਸਟ ਈਅਰ ਉਹਨਾਂ ਨੂੰ ਸਪਲਾਈ ਕੀਤੇ ਗਏ ਸੀ। ਜਿਹੜਾ ਪ੍ਰਾਈਮ ਮਿਨਿਸਟਰ ਨੇ ਪੋਲਿਸ਼, ਉਹਨਾਂ ਨੇ BBC ਨੂੰ ਦੱਸਿਆ ਕਿ 14 ਲੈਪਰਡ ਟੈਂਕ ਭੇਜਣ ਦੇ ਨਾਲ ਉਹਨਾਂ ਦੀ ਸਰਕਾਰ ਜਿਹੜੀ ਆ ਉਹ ਵਾਧੂ ਜਿਹੜੇ ਆ 50 ਤੋਂ 60 ਜਿਹੜੇ 올ਡਰ ਸੋਵੀਅਤ era ਟੈਂਕਸ ਨੇ ਉਹ ਵੀ ਯੂਕਰੇਨ ਨੂੰ ਭੇਜਣਗੇ ਜਲਦੀ ਹੀ। ਉਹਨਾਂ ਨੇ ਸਵਾਗਤ ਕੀਤਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਕਿ ਇਹਦੇ ਨਾਲ ਜਿਹੜਾ ਯੂਕਰੇਨ ਦੀ ਜਿਹੜੀ ਡਿਫੈਂਸਿਵ ਫਾਇਰ ਪਾਵਰ ਆ ਉਹਨੂੰ ਹੋਰ ਸਟਰੈਂਥਨ ਉਹ ਹੋਵੇਗਾ ਤੇ ਉਹਨੂੰ ਤਾਕਤ ਮਿਲੇਗੀ ਹੋਰ। ਉਹਨਾਂ ਨੇ ਰਿਸ਼ੀ ਸੁਨਕ ਨੇ ਆਖਿਆ ਕਿ ਇਕੱਠੇ ਹੋ ਕੇ ਅਸੀਂ ਜਿਹੜੀਆਂ ਆਪਣੀਆਂ ਸਾਡੀਆਂ ਕੋਸ਼ਿਸ਼ਾਂ ਨੇ ਉਹਨੂੰ ਅਸੀਂ ਤੇਜ਼ੀ ਨਾਲ ਉਹਨਾਂ ਨੂੰ ਵਾਧੂ ਵਧਾ ਸਕਦੇ ਹਾਂ ਤਾਂ ਕਿ ਯੂਕਰੇਨ ਜਿਹੜੀ ਆ ਇਹ ਜੰਗ ਜਿੱਤੇ ਤੇ ਜਿਹੜੀ ਇਹਦੇ ਨਾਲ ਕਿ ਪੀਸ ਸਿਕਿਉਰ ਹੋਵੇ। ਇਹ ਟਵੀਟ ਕੀਤਾ UK ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਸਾਹਿਬ ਨੇ। ਸੋ ਫ੍ਰੈਂਚ ਦੇ ਜਿਹੜੇ ਆ ਪ੍ਰੈਜ਼ੀਡੈਂਸੀ ਆ ਉਹਨਾਂ ਦੇ ਵੱਲੋਂ ਵੀ ਵੈਲਕਮ ਕੀਤਾ ਗਿਆ ਬਰਲਿਨ ਦੇ ਇਸ ਡਿਸੀਜਨ ਨੂੰ ਕਿ ਜਿਹੜੇ ਲੈਪਰਡ 2 ਟੈਂਕਸ ਯੂਕਰੇਨ ਨੂੰ ਦੇਣ ਦਾ। ਸਪੈਨਿਸ਼ ਡੇਲੀ ਜਿਹੜਾ ਐਲ ਪਾਈਸ ਰਿਪੋਰਟ ਉਹਨਾਂ ਦੇ ਵੱਲੋਂ ਰਿਪੋਰਟ ਕੀਤੀ ਗਈ ਹੈ ਕਿ ਸਪੇਨ ਵੀ ਜਿਹੜਾ ਐਕਸਪੈਕਟਡ ਕਿ ਉਹ ਜਿਹੜੇ ਇਹ ਉਹਨਾਂ ਦੇ ਲੈਪਰਡ 2 ਟੈਂਕਸ ਨੇ ਉਹ ਯੂਕਰੇਨ ਨੂੰ ਦੇ ਸਕਦਾ। ਇਸ ਗੱਲ ਦੀ ਉਮੀਦ ਹੈ ਕਿ ਸਪੇਨ ਦੀ ਵੀ। ਸੋ ਬਾਕੀ ਜੇਕਰ ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਉੱਥੇ ਰਸ਼ੀਆ ਦੇ ਵਿੱਚ ਇਸ ਨੂੰ ਲੈ ਕੇ ਕੀ ਆ ਜਿਹੜਾ ਮਾਹੌਲ, ਇਹਦੇ ਵਿੱਚ ਜਿਹੜੇ ਆ ਇੱਕ ਤਾਂ ਜਦੋਂ ਦਮਿਤਰੀ ਪੈਸਕੋਵ ਜਿਹੜੇ ਆ ਉੱਥੇ ਦੇ ਕ੍ਰੈਮਲਿਨ ਦੇ ਸਪੋਕਸਮੈਨ ਆ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਪਲਾਨ ਹੈ ਇਹ ਜਿਹੜੀ ਯੋਜਨਾ ਆ ਇਹ ਫੇਲ ਹੀ ਹੋਵੇਗੀ। ਇਹ BBC ਦੇ ਰਸ਼ੀਆ ਐਡੀਟਰ ਨੇ ਸਟੀਵ ਰੋਜ਼ਨਬਰਗ, ਉਹਨਾਂ ਨੇ ਜਿਹੜਾ ਐਨਾਲਿਸਿਸ ਦਿੱਤਾ ਆਪਣਾ ਇਸ ਵਿਸ਼ੇ ਤੇ। ਸੋ ਇਹਦੇ ਵਿੱਚ ਰਸ਼ੀਅਨ ਐਂਬੈਸਡਰ ਟੂ ਵਾਸ਼ਿੰਗਟਨ ਨੇ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ, ਉਹਨਾਂ ਨੇ ਕਿਹਾ ਕਿ ਇਹ ਇੱਕ ਬੜੀ ਤਗੜੀ ਜਿਹੜੀ ਪ੍ਰੋਵੋਕੇਸ਼ਨ ਆ। ਤੁਹਾਨੂੰ ਪਤਾ ਕਿ ਰਸ਼ੀਆ ਦੇ ਵਿੱਚ ਜਿਵੇਂ ਮਰਜ਼ੀ ਆ ਉੱਥੇ ਇਹੀ ਨੈਰੇਟਿਵ ਰਚਿਆ ਜਾ ਰਿਹਾ ਕਿ ਇੱਕ ਸਪੈਸ਼ਲ ਮਿਲਟਰੀ ਆਪਰੇਸ਼ਨ ਹੈ ਜਿਹੜਾ ਰਸ਼ੀਆ ਵੱਲੋਂ ਕੀਤਾ ਜਾ ਰਿਹਾ ਕਿਉਂਕਿ ਸਾਡਾ ਜਿਹੜਾ ਬਾਰਡਰ ਦੇ ਉੱਤੇ ਨਹੀਂ ਤਾਂ ਨੇਟੋ ਨੇ ਜਾਂ ਪੱਛਮੀ ਕੰਟਰੀਆਂ ਨੇ ਆ ਜਾਣਾ।
ਸੋ ਉਹ ਇਸ ਨੈਰੇਟਿਵ ਨੂੰ ਹੀ ਉੱਥੇ ਅੱਗੇ ਵਧਾ ਰਹੇ ਨੇ। ਸੋ ਕ੍ਰੈਮਲਿਨ ਦੇ ਵੱਲੋਂ ਜਿਹੜਾ ਨੈਰੇਟਿਵ ਕੰਸਟਰਕਟ ਕੀਤਾ ਜਾ ਰਿਹਾ ਉਹਦੇ ਵਿੱਚ ਉਹਨਾਂ ਨੇ ਇਹ ਹੁਣ ਫਿਰ ਉਹਨਾਂ ਨੇ ਵੈਸਟ ਨੂੰ ਇੱਕ ਵਾਰ ਫਿਰ ਅਗਰੈਸਿਵ ਦਿਖਾ ਲਿਆ, ਤੇ ਇਹਦੇ ਵਿੱਚ ਜਦੋਂ ਓਬਵੀਅਸਲੀ ਜਿਹੜੇ ਆ ਰਸ਼ੀਅਨ ਅਥਾਰਟੀਜ਼ ਆ ਉਹ ਚਾਹੁੰਦੇ ਨੇ ਕਿ ਰਸ਼ੀਅਨ ਪੀਪਲ ਇਸ ਗੱਲ ਨੂੰ ਬਲੀਵ ਕਰਨ ਕਿ ਜਿਹੜਾ ਯੂਕਰੇਨ ਨੇਟੋ ਅੰਡਰ US ਲੀਡਰਸ਼ਿਪ ਇਜ਼ ਵੇਜਿੰਗ ਅ ਵਾਰ ਵਿਦ ਮਾਸਕੋ, ਕਿ ਯੂਕਰੇਨ ਤੇ ਨੈਟੋ ਤੇ US ਦੀ ਲੀਡਰਸ਼ਿਪ ਦੇ ਹੇਠਾਂ ਇਕੱਠੇ ਹੋ ਕੇ ਮਾਸਕੋ ਦੇ ਖਿਲਾਫ, ਭਾਵ ਰਸ਼ੀਆ ਦੇ ਖਿਲਾਫ ਜਿਹੜਾ ਉਹ ਇੱਕ ਜੰਗ ਕਰ ਰਹੇ ਨੇ। ਤੇ ਜਦੋਂ ਹੁਣ ਇਹ ਵੈਸਟਰਨ ਬੈਟਲ ਦੇ ਜਿਹੜੇ ਟੈਂਕਸ ਨੇ, ਜਦੋਂ ਇਹ ਹੋਰ ਇਹ ਆਉਣੇ ਆ ਡਿਸੀਜਨ ਇਸ ਤਰੀਕੇ ਦੇ ਸਾਹਮਣੇ ਆਉਣੇ ਨੇ ਤੇ ਜਿਹੜਾ ਰਸ਼ੀਆ ਦੇ ਵੱਲੋਂ ਇਸ ਅਫੀਸ਼ੀਅਲ ਨੈਰੇਟਿਵ ਨੂੰ ਹੋਰ ਉਹਨਾਂ ਵੱਲੋਂ ਐਮਫਸਾਈਜ਼ ਕੀਤਾ ਜਾਣਾ।